ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अब पाँच कोस कबित ਹੱਥ अथ पाँच कोस कबित ਹੱਥ ਮੈਨੇ ਹੋਣਾ ਪੰਜ ਕੋਸ਼ਾਂ ਦਾ ਵਰਣਨ ਕਰਨਗੇ। ਜਿਹੜੀਆਂ ਤਿੰਨ ਦੇਹਾਂ ਮੰਨੀਆਂ ਜੀਵ ਦੀਆਂ, ਸੂਖਮ, ਸਥੂਲ ਤੇ ਕਾਰਨ ਦੇ ਹਨ। ਕਾਰਨ, ਸੂਖਮ, ਥੂਲ, ਉਹ ਤਿੰਨਾਂ ਦੇਹਾਂ ਦੇ ਅੰਦਰ ਹੀ ਪੰਜ ਕੋਸ਼ ਵੀ ਹਨ। ਉਹਨਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਉਹ ਪੰਜ ਕੋਸ਼ਾਂ ਦੇ ਬਾਰੇ ਇਸ ਕਵਿਤ ਵਿੱਚ ਲਿਖਦੇ ਹਨ। ਪੜ੍ਹੋ। अन मैं स्थूल जान प्राण प्राण मैं मान। ਅੰਨਮਈ ਕੋਸ਼ ਸਥੂਲ ਦੇਹ ਨੂੰ ਕਹਿੰਦੇ ਆ, ਕਿਉਂਕਿ ਮਾਤਾ ਪਿਤਾ ਨੇ ਜੋ ਅੰਨ ਖਾਇਆ ਉਸ ਤੋਂ ਰਜ ਬੀਰਜ ਬਣਦਾ। ਉਹਦੇ ਨਾਲ ਅੰਨ ਦਾ ਹੀ ਬਣਿਆ ਸਰੀਰ ਹੈ। ਜੋ ਰੋਟੀ ਮਾਂ ਬਾਪ ਖਾਂਦੇ ਆ, ਜੋ ਵੀ ਉਹ ਫਲ ਫਰੂਟ ਖਾਂਦੇ ਆ, ਉਹਦੇ ਨਾਲ ਉਹਨਾਂ ਦਾ ਬੀਜ ਬਣਦਾ। ਉਹਦੇ ਨਾਲ ਉੱਦਾਂ ਦਾ ਹੀ ਬੱਚਾ ਜਨਮ ਲੈਂਦਾ। ਇਸ ਕਰਕੇ ਜਿਹੜਾ ਇਹ ਸਰੀਰ ਹੈ ਇਹਨੂੰ ਰੋਟੀ ਵੀ ਕਹਿੰਦੇ ਆ। अच्छा ਇਹ ਰੋਟੀ ਤੋਂ ਬਣਿਆ, ਅੰਨ ਦਾ ਹੀ ਬਣਿਆ ਨਾ। ਮਹਾਰਾਜ ਦੀ ਬਾਣੀ 'ਚ ਵੀ ਆਉਂਦਾ ਵੀ 3.5 ਮਣ ਦਿਓਰੀ ਚੱਲੇ ਪਾਣੀ ਅੰਨ, ਵੀ 3.5 ਮਣ ਦੀ ਦੇਹੀ ਅੰਨ ਪਾਣੀ ਨਾਲ ਚੱਲਦੀ ਹੈ। ਇਸ ਕਰਕੇ ਅੰਨਮਈ ਕੋਸ਼ ਇਹ ਸਥੂਲ ਦੇਹ ਹੈ। ਹਾਂਜੀ। प्राण प्राण मैं मान। ਪ੍ਰਾਣਮਈ ਕੋਸ਼ ਪ੍ਰਾਣਾਂ ਨੂੰ ਕਹਿੰਦੇ ਆ। अच्छा ਪ੍ਰਾਣਮਈ ਕੋਸ਼ ਜਿਹੜੇ ਅੰਦਰ ਸਵਾਸ ਚੱਲ ਰਹੇ ਨੇ ਪੰਜ, ਪ੍ਰਾਣ, ਅਪਾਨ, ਵਿਆਨ, ਸਮਾਨ, ਉਦਾਨ, ਉਹੀ ਪ੍ਰਾਣਮਈ ਕੋਸ਼ ਹੈ। पाँच कर्म इंद्र अर मन मनो मैं है। ਪੰਜ ਕਰਮ ਇੰਦਰੀਆਂ ਤੇ ਮਨ, ਪੰਜ ਕਰਮ ਇੰਦਰੀਆਂ ਤੇ ਮਨ, ਇਸ ਨੂੰ ਮਨੋਮਈ ਕੋਸ਼ ਕਹਿੰਦੇ ਨੇ। ठीक है। पाँच ज्ञान इंद्रिया अर बुद्ध है ਵਿਗਿਆਨਮਈ, विज्ञान में कार। ਪੰਜ ਗਿਆਨ ਇੰਦਰੀਆਂ ਜਿਹੜੀਆਂ ਗਿਆਨ ਇੰਦਰੀਆਂ ਨੇ ਤੇ ਬੁੱਧੀ, ਇਹਨੂੰ ਵਿਗਿਆਨਮਈ ਕੋਸ਼ ਕਹਿੰਦੇ ਨੇ। ਕਰਮ ਇੰਦਰੀਆਂ ਤੇ ਮਨ ਮਨੋਮਈ ਕੋਸ਼ ਹੈ। ਗਿਆਨ ਇੰਦਰੀਆਂ ਤੇ ਬੁੱਧੀ ਇਹ ਵਿਗਿਆਨਮਈ ਕੋਸ਼ ਹੈ। कारण अविद्या सो तो आनंद में लय है। ਤੇ ਜਿਹੜੀ ਕਾਰਨ ਅਵਿਦਿਆ, ਜਿਹੜੀ ਕਾਰਨ ਦੇਹ ਹੈ, ਉਹਨੂੰ ਆਨੰਦਮਈ ਕੋਸ਼ ਕਹਿੰਦੇ ਨੇ। ਕਿਉਂਕਿ ਜਦੋਂ ਗੂੜੀ ਨੀਂਦ ਵਿੱਚ ਸੌਂ ਜਾਂਦਾ ਉਦੋਂ ਅਵਿਦਿਆ ਦਾ ਪੂਰਨ ਪ੍ਰਭਾਵ ਹੁੰਦਾ, ਅਤੇ ਇੰਨੀ ਗੂੜੀ ਨੀਂਦ ਸੌਂਦਾ ਆਨੰਦ, ਉਹ ਆਨੰਦ ਬਹੁਤ ਵਧੀਆ ਹੁੰਦਾ। ਉਸ ਵੇਲੇ ਰਾਜਾ ਅਤੇ ਭਿਖਾਰੀ ਦੋਵੇਂ ਸੁਖੀ ਹੁੰਦੇ ਨੇ। ਹਾਂਜੀ। ਗੂੜੀ ਨੀਂਦ ਵਿੱਚ ਕੋਈ ਟੈਨਸ਼ਨ ਚਿੰਤਾ ਤਾਂ ਨਹੀਂ ਹੁੰਦੀ। ਉਸ ਕਰਕੇ ਉਹਨੂੰ ਅਕਾਰਨ ਵਿਦਿਆ ਆਨੰਦਮਈ ਕੋਸ਼ ਕਹਿੰਦੇ ਨੇ। तीन देह माज पाँच कोश सुखदेव कह नीके कह विचार देख परम ही को भय है। ਤੀਨ ਮੇਹ ਦੇ ਮਾਂਝ ਪਾਂਚ ਕੋਸ਼ ਸੁਖਦੇਵ ਕਹੈ। ਸੁਖਦੇਵ ਜੀ ਮਹਾਰਾਜ ਕਹਿੰਦੇ ਵੀ ਤਿੰਨਾਂ ਦੇਹਾਂ ਦੇ ਅੰਦਰ ਪੰਜ ਕੋਸ਼ ਨੇ। ਨੀਕੇ ਕਾ ਵਿਚਾਰ ਦੇਖ, ਚੰਗੀ ਤਰ੍ਹਾਂ ਵਿਚਾਰ ਕੇ ਦੇਖੇਗਾ ਤੇ ਭਰਮ ਹੀ ਕੋ ਪੈ ਹੈ। ਕੇਵਲ ਭਰਮ ਕਰਕੇ ਹੀ ਪ੍ਰਤੀਤ ਹੋ ਰਿਹਾ ਸਾਰਾ ਕੁਝ, ਭਰਮ ਦਾ ਹੀ ਡਰ ਲੱਗ ਰਿਹਾ। ਹਾਂ। कोश है ना कोऊ और देह है ना सोऊ एक। आत्मा को जोऊ ताते आनंद को दए हैं। ਕੋਸ਼ ਹੈ ਨਾ ਕੋ, ਵਾਸਤਵ ਵਿੱਚ ਕੋਈ ਕੋਸ਼ ਨਹੀਂ ਹੈਗਾ। अच्छा जी ਦੇਹ ਵੀ ਕੋਈ ਨਹੀਂ, ਤਿੰਨ ਦੇਹਾਂ ਵੀ ਕਲਪਨਾ ਹੀ ਕੀਤੀ ਹੋਈਆਂ ਨੇ। ठीक है। ਇੱਕ ਆਤਮਾ ਹੀ ਸੱਚ ਹੈ ਜੋ ਆਨੰਦ ਦਾ ਦਾਤਾ ਹੈ। ਸਾਰਾ ਉਹ ਉਸ ਆਤਮਾ ਦਾ ਹੀ ਪ੍ਰਕਾਸ਼ ਹੈ। नहीं है मतलब ਨਹੀਂ ਹੈ ਕੁਝ ਵੀ, ਨਾ ਪੰਜ ਕੋਸ਼ ये ਨੇ। जड़ नहीं। ਜੜ ਜਿਹੜੀ ਚੀਜ਼ ਹੈ ਹੀ ਨਹੀਂ ਗੀ, ਕਲਪਨਾ ਹੀ ਹੈ। ਵਾਸਤਵ ਵਿੱਚ ਆਤਮ, ਜਦੋਂ ਆਤਮਾ ਤੇ ਪਹੁੰਚ ਗਏ ਹੋਗੇ ਨਾ ਤੁਸੀਂ, हाँ जी ਫਿਰ ਇਹ ਸਭ ਜਿਹੜੀ ਚੀਜ਼ਾਂ ਇਹ ਸਰੀਰ ਵਗੈਰਾ ਨੇ, ਇਹ ਤਾਂ ਹੈ ਹੀ ਨਹੀਂ ਫਿਰ। जी ਕਿਉਂਕਿ ਜਬ ਆਕਾਰ ਕਛ ਨਾ ਦ੍ਰਿਸ਼ਟੇਤਾ, ਸੁਖਮਨੀ ਸਾਹਿਬ ਪੜ੍ਹਦੇ ਨਾ, हाँ जी ਉਹ ਸਾਰੀ 21ਵੀਂ ਅਸ਼ਟਪਦੀ ਜਿਹੜੀ ਅਵਸਥਾ ਦੱਸੀ ਹੈ ਬ੍ਰਹਮ ਗਿਆਨੀ ਦੀ, ਉਹ ਪ੍ਰਗਟ ਹੋਣੀ ਹੈ ਅੱਗੇ ਚੱਲ ਕੇ। ਕੁਛ ਨਹੀਂ ਦਿਸਣਾ। एक आत्मा को जो ताते आनंद को दय है। दय नाम आनंद को देने वाला। पठंतर चय भी होता है इनका रूप अर्थ जानना। तो आनंद रूप है जहाँ आनंद देने वाला है। अब पढ़। अब पांच कोश कहते हैं अन्यमय कोश यह स्थूल देह है। पांचे प्राण यह प्राणमयी कोश है। पांच कर्म इंद्रिय और मन यह मनमयी कोश है। पांच ज्ञान इंद्रिय और बुद्ध यह विज्ञानमय कोश है। कारण शरीर जो अविद्या है सो आनंदमय कोश है। यह तीनों देह में पांच कोश कब
रहते हैं कवि कि कहते हैं कवि कहते हैं कि भली प्रकार से विचार कर देखो तो भरम करके ही भय प्रतीत होवे है। विचार से देखिए ता कोश भी नहीं है और देह नाशवंत है, तांते एक आत्मा ही देखने से आनंद को प्राप्त होता है। विशेषता ਅੱਗੇ ਜਾ ਕੇ ਜਿਹੜੀ ਅਵਸਥਾ ਹੋਣੀ ਉਹਦਾ ਪਹਿਲਾਂ ਇਸ਼ਾਰਾ ਕੀਤਾ ਉਹਨਾਂ ਨੇ। ठीक है जी। ਹਾਂਜੀ विशेषता प्रश्न, कोश किसको कहते हैं? ਕੋਸ਼ ਕੀ ਹੁੰਦਾ? कोश पढ़ता है ਨਾ ਦੱਸਾਂਗੇ ਉੱਤਰ। उत्कोश नाम तलवार के म्यान का और धन के भंडार खजाने का और कोशाकर ਕੋਸ਼ਾਕਾਰ कोशाकार नामक कीड़े के घर का है। तिनके न्यायी 5 कोश आत्मा को टापे हैं, याते अन्यमयी आदक भी कोश कहावे हैं। ਤਲਵਾਰ ਨੂੰ ਕੌਣ ਟੱਕਦਾ? म्यान ਆਲੇ ਦੁਆਲੇ ਸਾਰੇ ਨਾ। ਧਨ ਨੂੰ ਕੌਣ ਟੱਕਦਾ? तिजोरी। ਤਿਜੋਰੀ। ਤੇ ਇੱਕ ਕੋਸ਼ਾਕਾਰ ਕੀੜਾ ਵੀ ਹੁੰਦਾ, अच्छा ਉਹ ਮਿੱਟੀ ਜੋੜ ਜੋੜ ਕੇ ਅੰਦਰ ਆ ਜਾਂਦਾ, ਬਾਹਰੋਂ ਆ ਸਾਰੇ ਆਪਣੇ छोटा छेद दिखता है। ਬਸ ਬੰਦ ਕਰ ਲੈਂਦਾ, ਉਹਨੂੰ ਵੀ ਮਿੱਟੀ ਲਾ ਦਿੰਦਾ, ਉਹਨੂੰ ਕਹਿੰਦੇ ਕੋਸ਼ਾਕਾਰ। अच्छा ਠੀਕ ਹੈ, ਯਾਨੀ ਜਿਹੜਾ ਕਿਸੇ ਚੀਜ਼ ਨੂੰ ਟੱਕਦਾ ਉਹਨੂੰ ਕੋਸ਼ ਕਹਿੰਦੇ, ਜਿਹਦੇ ਅੰਦਰ ਖਜ਼ਾਨਾ ਅੰਦਰ ਹੋਵੇ। ठीक है। 5 ਕੋਸ਼ ਜਿਹੜੇ ਨੇ ਕਿਹੜੇ ਕਿਹੜੇ ਨੇ? ਅਨਮਈ, अन्नमयी, प्राणमयी, ਮਨੋਮਈ, मनोमयी, आनंदमयी, ਮਈ ਵਿਗਿਆਨਮਈ, विज्ञानमयी, आनंदमयी। ਆਨੰਦਮਈ। ਇਹਨਾਂ ਨੇ ਆਤਮਾ ਨੂੰ ਢੱਕਿਆ ਹੋਇਆ। ਸਾਧੂ ਮਹਾਂਪੁਰਸ਼ ਇੱਦਾਂ ਵੀ ਦੱਸਦੇ ਨੇ ਕਿ ਹੀਰੇ ਦੇ ਉੱਤੇ ਸੋਨੇ ਦਾ ਛੋਟਾ ਜਿਹਾ ਸੰਦੂਖ ਬਣਾਇਆ ਗਿਆ, ਸੋਨੇ ਦੇ ਸੰਦੂਖ ਨੂੰ ਤਾਂਬੇ ਦੇ ਸੰਦੂਖ 'ਚ ਰੱਖਿਆ ਗਿਆ, ਤਾਂਬੇ ਦਾ ਸੰਦੂਖ ਫਿਰ ਲੋਹੇ ਦੇ ਸੰਦੂਖ 'ਚ ਰੱਖਿਆ ਗਿਆ, ਲੋਹੇ ਦਾ ਸੰਦੂਖ ਲੱਕੜ ਦੀ ਪੇਟੀ 'ਚ ਰੱਖਿਆ ਗਿਆ। ठीक है। ਇੱਦਾਂ 5 ਲਾ ਲਓ। ठीक है। ठीक। ਜਿਹੜਾ ਉੱਪਰਲਾ ਸਭ ਤੋਂ ਹੈ ਲੱਕੜ ਦਾ ਸੰਦੂਕ, ਉਹ ਇਹ ਸਥੂਲ ਦੇ ਹੈ, ਅੰਨ ਦਾ ਬਣਿਆ, अन्नमयी कोश। ਅੰਨਮਈ ਕੋਸ਼ ਹੋ ਗਿਆ। ਜਿਹੜਾ ਅੰਦਰ ਪ੍ਰਾਣ ਨੇ ਸੂਖਮ, ਉਹਦੇ ਨਾਲੋਂ ਹਰ ਵੇਲੇ ਸਵਾਸ ਚੱਲ ਰਹੇ। ਕਦੀ ਤੁਸੀਂ ਧਿਆਨ ਨਹੀਂ ਦਿੱਤਾ ਹੋਣਾ ਸਵਾਸਾਂ 'ਤੇ? नहीं। ਲੰਮੇ ਪਏ ਹੋ, ਦੇਖੋ ਕਿਵੇਂ ਸਵਾਸ ਆ ਰਹੇ ਨੇ ਜਾ ਰਹੇ ਨੇ, ਇਹਨਾਂ ਦੀ ਗਤੀ ਲਗਾਤਾਰ ਨਿਰੰਤਰ ਹੈ। ਸਰੀਰ ਦੇ ਅੰਦਰ ਸਾਰੇ ਸਵਾਸ ਹਵਾ ਦੀ ਪ੍ਰਕਿਰਿਆ ਚੱਲ ਰਹੀ, ਪ੍ਰਾਣਾਂ ਦੀ। ठीक है जी। ਦੂਜੇ ਨੰਬਰ 'ਤੇ ਉਹ ਹੈ ਨਹੀਂ, ਉਸ ਦੇ ਅੰਦਰ ਫਿਰ ਜਦੋਂ ਤੁਸੀਂ ਸਵਾਸ ਨੂੰ ਰੋਕਣ ਲੱਗ ਪਏ, जी। ਫਿਰ ਤੁਹਾਨੂੰ ਮਨ ਦੇ ਬਾਰੇ ਪਤਾ ਲੱਗੇਗਾ। ਮਨ ਜਿਹੜਾ ਉਹ ਸਵਾਸਾਂ ਦੇ ਘੋੜੇ 'ਤੇ ਉੱਡਿਆ ਫਿਰਦਾ। ਜਦੋਂ ਕਿਸੇ ਦਾ ਸਾਹ ਰੋਕ ਲਓ, अच्छा। ਉਹਦਾ ਮਨ ਉਹਨੂੰ ਕਹੋ ਹੁਣ ਕਿਸੇ ਮਤਲਬ ਕੋਈ ਫੁਰਨਾ ਕਰ, ਪਾਣੀ 'ਚ ਬੰਦੇ ਨੂੰ ਡੋਬ ਲਓ 5 ਮਿੰਟ ਲਈ, हाँ वो तो इसी टाइम। 1 ਸਕਿੰਟ ਲਈ, 2 ਸਕਿੰਟ ਲਈ, 10 ਸਕਿੰਟ ਲਈ, ਜਿੰਨਾ ਚਿਰ ਸਹਿ ਸਕਦਾ। ਉੱਤੋਂ ਉਹ ਥੱਲੇ ਕਰਕੇ ਪਾਣੀ 'ਚ ਰੱਖੋ। ਜੇ ਤੁਸੀਂ ਆਪ ਹੀ ਰਹਿ ਲਓ, ਉਸ ਵੇਲੇ ਤੁਹਾਨੂੰ ਕੋਈ ਕਾਮ ਦਾ, ਕੋਈ ਕ੍ਰੋਧ ਦਾ, ਕੋਈ ਕਿਸੇ ਤਰ੍ਹਾਂ ਦਾ ਫੁਰਨਾ ਆਏਗਾ? नहीं आया। ਮਨ ਕਿਤੇ ਜਾਏਗਾ ਤੁਹਾਡਾ? नहीं। ਉਹ ਪੁਰਾਣਾ ਕਰਕੇ ਜਾਣੇ, ਪ੍ਰਾਣ ਰੁਕ ਗਏ ਤੇ ਮਨ ਵੀ ਰੁਕਦਾ ਨਾ। अच्छा। ਇਹ ਫਿਰ ਉਹ ਉਸ ਤੋਂ ਅੰਦਰ ਫਿਰ ਮਨ ਬਾਰੇ ਤੁਸੀਂ ਦੇਖੋਗੇ, ਮਨ ਇੱਕ ਸੂਖਮ ਫੁਰਨੇ ਕਰਨ ਵਾਲਾ, ਚਲੋ ਉੱਥੇ ਚੱਲੀਏ, ਅੱਜ ਪੜ੍ਹ ਲਈਏ, ਅੱਜ ਰਹਿਣ ਦਈਏ, ਅੱਜ ਖਾ ਲਈਏ, ਅੱਜ ਇਹ ਵਿਸ਼ੇ ਭੋਗ ਲਈਏ, ਇੱਦਾਂ ਦੇ ਜਿਹੜੇ ਮਨ ਦੇ ਫੁਰਨੇ ਨੇ, ਉਹ ਮਨੋਮਈ ਕੋਸ਼ ਹੈ। अच्छा। ਮਨੋਮਈ ਕੋਸ਼ ਦੇ ਅੰਦਰ ਵਿਗਿਆਨ ਬੁੱਧੀ ਦਾ, ਵਿਗਿਆਨ ਮਾਨੇ ਬੁੱਧੀ, ਜੋ ਵਿਸ਼ੇਸ਼ ਗਿਆਨ ਰੱਖਦੀ ਹੈ, ਨਿਰਣਾ ਕਰਦੀ ਵੀ ਇਹ ਕੱਪੜਾ ਹੈ, ਇਹ ਘੜਾ ਹੈ, ਇਹ ਇਸਤਰੀ ਹੈ, ਇਹ ਪੁਰਸ਼ ਹੈ, ਇਹ ਕਾਲਾ ਹੈ, ਗੋਰਾ ਹੈ, ਉਹ ਜਿਹੜੀ ਚੀਜ਼ ਹੈ ਉਹ ਨਿਰਣਾ ਕਰਦੀ ਹੈ ਬੁੱਧੀ, ਉਹ ਵਿਗਿਆਨਮਈ, ਉਹਦੇ ਤੋਂ ਸੂਖਮ ਹੈ। ਉਹਦੇ ਅੰਦਰ ਫਿਰ ਜਾ ਕੇ ਜਿਹੜਾ ਕਦੀ ਕਦੀ ਆਨੰਦ ਆ ਜਾਂਦਾ ਕਿ ਕੋਈ ਚੀਜ਼ ਖਾਧੀ, ਕੋਈ ਮਨ ਦੀ ਬਿਰਤੀ ਕਾਗ ਪ੍ਰਸ਼ਾਦਾ ਛਕਦੇ ਛਕਦੇ ਸਵਾਦ ਲੱਗਾ, ਬਿਰਤੀ ਉੱਥੇ ਇਕਾਗਰ ਹੋ ਗਈ, ਬਿਰਤੀ ਇਕਾਗਰ ਹੋ ਗਈ, ਕਹਿੰਦੇ ਆ ਬੜੀ ਖੀਰ ਸਵਾਦ ਆਇਆ, ਬੜਾ ਆਨੰਦ ਆਇਆ। ਆਨੰਦ ਪਦਾਰਥ ਵਿੱਚ ਤਾਂ ਹੈ ਨਹੀਂ, ਪਦਾਰਥ ਦੇ ਅੰਦਰ ਜਿਹੜੀ ਆਤਮਾ ਚੇਤਨਾ ਉਹਦੇ ਕਰਕੇ ਹੈ। ਉਹ ਬਿਰਤੀ ਇਕਾਗਰ ਹੋਣ ਕਰਕੇ ਆਨੰਦ ਆ ਗਿਆ। ਉਹ ਜਿਹੜਾ ਆਨੰਦ ਹੈ ਉਹ ਸਿਨ ਭੰਗਰ ਹੈ, ਐਵਰੀ ਟਾਈਮ ਨਹੀਂ ਰਹਿੰਦਾ। ਉਹਨਾਂ ਚਿਰ ਜਿੰਨਾ ਚਿਰ ਵਿਸ਼ੇ ਨਾਲ ਸੰਬੰਧ ਹੈ ਸਾਡਾ। ਉਸ ਤੋਂ ਬਾਅਦ ਜਦੋਂ ਖੀਰ ਅੰਦਰ ਲੰਘ ਗਈ, ਜਾਂ ਚਾਹ ਪਾਣੀ, ਜੋ ਵੀ ਦੁੱਧ ਪਾਣੀ, ਕੁਲਫੀ ਵਗੈਰਾ ਖਾ ਰਹੇ ਹੋ, ਜੋ ਵੀ ਤੁਸੀਂ ਸੁੱਖ ਭੋਗ ਰਹੇ ਹੋ, ਉਹ ਥੋੜ੍ਹੇ ਚਿਰ ਬਾਅਦ ਉਹ ਸਮਾਪਤੀ ਹੋ ਗਈ। ਜਿਹੜਾ ਉਹਨੂੰ ਵੀ ਜਾਣਦਾ ਹੈ ਉਹ ਆਤਮਾ ਹੈ। ਇਸ ਕਰਕੇ ਕਹਿੰਦੇ ਆ ਵੀ ਜੋ 5 ਕੋਸ਼ ਕਹਾਵੇ ਹੈ, ਜੋ ਆਤਮਾ ਕੋ ਟਾਪੇ ਹੈ, ਜਾਂ ਤੇ अन्य ਮਈ ਆਦਿਕ ਵੀ ਕੋਸ਼ ਕਹਾਵੇ ਹੈ। ਕਿਉਂਕਿ ਇਹ ਜਿਵੇਂ ਉਹ ਤਲਵਾਰ ਨੂੰ ਮਿਆਨ ਢੱਕਦਾ, ਇਹਦਾ ਆਤਮਾ ਨੂੰ ਇਹਨਾਂ 5 ਪੜਦਿਆਂ ਨੇ ਢੱਕਿਆ ਹੋਇਆ, ਇਸ ਕਰਕੇ ਇਹਨਾਂ ਨੂੰ 5 ਕੋਸ਼ ਕਹਿ ਦਿੰਦੇ ਆ।
प्रश्न अन्नमयी कोश किसको कहते हैं? उत्तर माता पिता ने जो खाया अन्न है तिसको उत्पन्न जो हुआ राज्य बीरज तिस कर के जो माता के उदर से उत्पन्न होता है फिर जन्म के पीछे दूध आदिक अन्न करके जो वृद्धि को पावता है पुनः मरण के पीछे अन्नमयी पृथ्वी विखे लीन होता है ऐसा जो स्थूल देह है सो अन्नमयी कोश है। ਮਾਤਾ ਪਿਤਾ ਨੇ ਅੰਨ ਖਾਇਆ, ਉਸ ਤੋਂ ਰੱਜ ਬੀਰਜ ਬਣਿਆ, ਉਸ ਤੋਂ ਦੇਹ ਬਣੀ। ਫਿਰ ਉਹ ਦੁੱਧ ਵੀ ਪੀਂਦਾ, ਉਹ ਵੀ ਅੰਨ ਹੀ ਹੈ। ਠੀਕ ਹੈ। ਕਣਕ ਵਗੈਰਾ ਖਾਂਦਾ, ਸਾਰੀ ਉਮਰ ਫੂਡ ਖਾਂਦਾ। ਮਰਨ ਤੋਂ ਬਾਅਦ ਅੰਨਮਈ ਪ੍ਰਿਥਵੀ ਦੇ ਵਿੱਚ ਹੀ ਉਹ ਲੀਨ ਹੋ ਜਾਂਦਾ। ਹਾਂਜੀ, ਇਸ ਕਰਕੇ ਅੰਨਮਈ ਕੋਸ਼ ਆ ਉਹ। प्रश्न अन्नमयी कोश कैसा होता है? दुख के अनुभव रूप भोग का स्थान ਸੁੱਖ ਦੁੱਖ ਕੇ ਅਨੁਭਵ ਰੂਪ ਭੋਗ। सुख ਕੱਲੇ ਦੁੱਖ ਦਾ ਥੋੜਾ, ਸੁੱਖ ਵੀ ਤਾਂ ਭੋਗਦਾ। सुख ਸੁੱਖ ਦੁੱਖ ਕੇ ਅਨੁਭਵ ਰੂਪ ਭੋਗ ਦਾ ਸਥਾਨ ਹੈ। ਸੁੱਖ ਦਾ ਅਨੁਭਵ ਤੇ ਦੁੱਖ ਦਾ ਅਨੁਭਵ ਇਹ ਤੇ ਸਰੀਰ ਨਾਲ ਹੀ ਕਰਨਾ ਨਾ। बिल्कुल। ਫਿਰ ਭੋਗ ਦਾ ਸਥਾਨ ਹੈ। प्रश्न अन्नमयी कोश ते मैं न्यारा हूँ यह कैसे जानना? ਮੈਂ ਜੋ ਹਾਂ, ਮੈਂ ਅਨਮਈ ਕੋਸ਼ ਤੋਂ ਵੱਖਰਾ ਹਾਂ, ਮੈਂ ਇਹ ਦੇਹ ਨਹੀਂ ਹੈਗਾ। ਇਹ ਕਿਵੇਂ ਜਾਣਨਾ? उत्तर जन्म ते प्रथम और मरण के पीछे अन्नमयी कोश स्थूल शरीर का अभाव है। ਜਨਮ ਤੇ ਪਹਿਲਾਂ, ਜਨਮ ਤੋਂ ਪਹਿਲਾਂ ਸਰੀਰ ਹੈ ਸੀ, नहीं ਮਰਨ ਤੋਂ ਪਿੱਛੇ ਰਹੇਗਾ। नहीं ਕਿਆ ਭਾਵ ਹੋ ਗਿਆ ਨਾ ਉਹਦਾ। इसके यह उत्पत्त नाशवन इससे इस करके इससे यह उत्पत्त नाशवन होने से घट की न्यायी कार्य है और मैं सदा भाव रूप हूँ ताते उत्पत्त नाश होने ते इसकी विलक्षण हूँ याते यह अन्यमयी कोश याते यह अन्यमयी कोश मैं नहीं और मेरा नहीं। घट के न्यायी कार्य क्यों किया? घट क्या होता है? कड़ा। हाँ, कड़ा कार्य होता। कारण क्या होता? कारण मिट्टी। मिट्टी ਤੇ ਮਿੱਟੀ ਘਟ ਜਦੋਂ ਕਾਰਿਆ ਹੁੰਦਾ ਘੜਾ ਉਦੋਂ ਮਿੱਟੀ ਹੁੰਦੀ ਹੈ। ਮਿੱਟੀ ਤੇ ਜਦੋਂ ਹਾਂ ਜਦੋਂ ਟੁੱਟ ਜਾਂਦਾ ਤਾਂ ਉਦੋਂ ਵੀ ਮਿੱਟੀ ਹੁੰਦੀ, ਪਹਿਲੇ ਮਿੱਟੀ ਹੁੰਦੀ। ਇਸ ਕਰਕੇ ਇਹ ਜਿਹੜਾ ਸਰੀਰ ਹੈ ਨਾ, ਇਹ ਉਤਪਤੀ ਨਾਸ ਹੋਣ ਵਾਲਾ ਹੋਣ ਕਰਕੇ ਕਾਰਿਆ ਹੈ, ਕਾਰਨ ਨਹੀਂ ਹੈ। ਅੱਛਾ, ਠੀਕ ਹੈ। मेरा नहीं है यह स्थूल रूप देह रूप है मैं इसका जानने हारा आत्मा इस ते न्यारा हूँ। ਕਹਿੰਦੇ ਵੀ ਮੈਂ ਸਦਾ ਭਾਵ ਰੂਪ ਹੂੰ, ਮੈਂ ਸਦਾ ਹੀ ਹਾਂ। ਸਰੀਰ ਤੋਂ ਪਹਿਲੇ ਵੀ ਮੈਂ ਸੀਗਾ, ਸਰੀਰ ਤੋਂ ਬਾਅਦ ਵੀ ਮੈਂ ਹੋਣਾ। ਤਾਂ ਤੇ ਉਤਪਤੀ ਨਾਸ ਹੋਣੇ ਤੇ ਇਹ ਸਰੀਰ ਉਤਪਤੀ ਵੀ ਜੰਮਦਾ ਵੀ ਹੈ, ਨਾਸ ਵੀ ਹੁੰਦਾ ਹੈ। ਇਸ ਤੇ ਮੈਂ ਵਿਲક્ષਣ ਹੂੰ, ਮੈਂ ਤਾਂ ਵੱਖਰਾ ਹਾਂ। ਜਾਂ ਤੇ ਜੇ ਅਨਮਈ ਕੋਸ਼ ਮੈਂ ਨਹੀਂ, मैं ये शरीर नहीं है और मेरा नहीं, जे मैं नहीं तो मेरा भी नहीं। यह स्थूल देह रूप है, मैं इसका जानने हारा आत्मा इससे न्यारा हूँ, मैं इनू जानने वाला। हुण आ जिवें कपड़ा पिया है, ये कपड़ा मैं नहीं, मैं इनू जानदा भी कपड़ा है पर मैं कपड़ा नहीं गा। इस तरह ही इसी तरह मैं शरीर नहीं, मैं शरीर नहीं, मैं शरीर नू जानने वाला हूँ। शरीर ते अन्यमयी कोश ते मैं न्यारा हूँ यह जानना। प्रश्न प्राणमयी कोश क्या है? उत्तर प्राणमयी कोश दूजा कोश है। वो की है? वाक्य प्राण पाण पाण पाद उपस्थ और गुदा यह 5 कर्म इंद्रियां हैं। प्राण अपान समान उदान और बयान यह 5 प्राण है। प्राण वायु हृदय स्थान के विखे रहता है और प्रत्येक दिन रात में 21,600 श्वास उछास लेने रूप क्रिया को करता है। ਜਿਹੜਾ ਪ੍ਰਾਣ ਵਾਯੂ ਹੈ ਉਹ ਹਿਰਦੇ 'ਚ ਰਹਿੰਦਾ ਤੇ ਦਿਨ 24 ਘੰਟਿਆਂ ਵਿੱਚ ਲਗਭਗ 21,600 ਸਵਾਸ ਲੈਂਦਾ। ਕੁਝ ਤੇਜ਼ ਵੀ ਹੁੰਦੇ ਨੇ, ਕਈਆਂ ਦੇ 24,000 ਵੀ ਕਹਿ ਦਿੰਦੇ ਨੇ। ਠੀਕ ਹੈ। ਕਈਆਂ ਦੇ ਜਦੋਂ ਆਰਾਮ ਨਾਲ ਲੰਮੇ ਪਏ ਘੱਟ ਆਉਂਦਾ ਹੈ ਨਾ। ਠੀਕ ਹੈ। ਦੌੜੋਗੇ ਤੇ ਤੇਜ਼ ਸਵਾਸ ਚੱਲਣਗੇ। ਤੇ ਇਸ ਕਰਕੇ ਸਵਾਸ ਅੰਦਾਜ਼ਾ ਕਿਹਾ ਲਗਭਗ ਉਹਨਾਂ ਨੇ ਕਿਹਾ ਵੀ ਇੰਨਾ ਕੁ ਲੈਂਦੇ फिर करता है। श्वास क्रिया श्वास उछास लेने रूप क्रिया को करता है। अपान वायु गुदा स्थान विखे रहता है। अपान वायु गुदा स्थान च रहंदा। हाँ जी, ठीक है। मूल मल मूत्र के उत्सर्ग रूप क्रिया को करता है। ਜਦੋਂ ਆਪਾਂ ਜੰਗਲ ਪਾਣੀ ਜਾਣਾ ਉਹ ਹਵਾ ਦਾ ਜ਼ੋਰ ਪਾ ਕੇ ਮਲ ਮੂਤਰ ਨੂੰ ਬਾਹਰ ਕੱਢਦਾ।
ਉਹਨੂੰ ਅਪਾਨ ਵਾਯੂ ਕਹਿੰਦੇ ਨੇ। समान वायु नाभ स्थान विखे रहता है और कूप जल को बगीचे विखे माली की न्यायी भोजन किए अन्न रस को निकास कै नाड़ी द्वारा सर्व शरीर विखे पहुँचाने रूप क्रिया को करता है। ਜਿਹੜਾ ਸਮਾਨ ਵਾਯੂ ਹੈ ਉਹ ਨਾਭੀ ਜਿੱਥੇ ਧੁੰਨ ਇੱਥੇ ਰਹਿੰਦਾ। अच्छा जी। ਜਿਵੇਂ ਖੂਹ ਦਾ ਪਾਣੀ ਕੱਢ ਕੇ ਬਗੀਚੇ 'ਚ ਮਾਲੀ ਜਿਹੜਾ ਉਹ ਨਾਲੀਆਂ ਖਾਲੀਆਂ ਬਣਾ ਕੇ ਥਾਂ ਥਾਂ 'ਤੇ ਕਰ ਦਿੰਦਾ, ਇੱਦਾਂ ਉਹ ਜਿਹੜੇ ਅਸੀਂ ਜਿਹੜਾ ਸਾਡਾ ਰਸ ਖਾਂਦੇ ਹਾਂ ਉਹਦਾ ਰਸ ਕੱਢ ਕੇ ਨਾੜੀਆਂ ਦੇ ਵਿੱਚੋਂ ਪਚਾ ਕੇ ਖੂਨ ਬਣਾ ਕੇ ਸਾਰੇ ਸਰੀਰ ਦੇ ਅੰਦਰ ਉਹ ਪਹੁੰਚਾਉਂਦਾ। द्वारा सर्व विखे शरीर पहुँचाने रूप क्रिया को करता है। उदान वायु कंठ स्थान विखे रहता कंठ स्थान विखे रहता है और खाए पिए अन्न जल के विभाग को करता है तथा सवपन हिचकी आदि के दिखावने रूप क्रिया को करता है। हिचकी वगैरह ਹੁੰਦੀ ਹੈ, ਡਕਾਰ ਆਉਂਦਾ, ਇਹ ਸਾਰੀ ਕਿਰਿਆ ਉਹਦੇ ਨਾਲ ਹੁੰਦੀ ਹੈ। बयान वायु ਸਰਬਾਂਗ सर्वांग स्थान विखे रहता है। ਸਾਰੇ ਅੰਗਾਂ 'ਚ ਰਹਿੰਦਾ। ठीक है। और सर्व अंगन की संधिन के फेरने रूप क्रिया को करता है। ਜਿਵੇਂ ਇੱਥੇ ਦਾ ਹੋ ਰਹੇ ਨੇ ਨਾ, ਗੋਡੇ ਵੀ ਕਰ ਰਹੇ ਨੇ, ਕੋਹਣੀਆਂ ਕਰ ਰਹੇ ਨੇ, व्यापक वायु ਉਹ ਸਾਰੇ ਸਰਾਜ 'ਚ ਰਹਿੰਦਾ ਬਿਆਨ ਵਾਯੂ। अंगन के संदर्भ फेरने रूप क्रिया को करता है। इस रीत से 5 प्राण के मुख्य स्थान अक्रिय हैं। प्रश्न, प्राणादिक वायु शरीर विखे क्या करता है? उत्तर, प्राणादिक वायु सारे शरीर विखे पूर्ण होके शरीर को बल देते हैं और इंद्रियों को आप अपने कार्य विखे लगान रूप क्रिया के साधन होते हैं। ठीक है। प्रश्न, प्राणमयी कोश में मैं न्यारा हूँ से मैं न्यारा हूँ यह कैसे जानना? उत्तर, निंद्रा विखे पुरुष सोया होवे तब प्राण जागता है तो भी कोई सन ही आवे, चोर आवे तिसका सन्मान करता नहीं और चोर भूखण ले जावे तिसको पकड़ता नहीं। प्राण जी ताते यह प्राण वायु घट की न्यायी जड़ हैं ओ मैं चेतन रूप हूँ इसके विलक्षण हूँ। याते यह प्राणमय कोश में प्राणमय कोश में नहीं मैं नहीं हूँ मेरा नहीं। यह सूक्ष्म देह रूप है, मैं इसका जानने हारा हूँ, आत्मा इससे न्यारा हूँ। इसी रीत से प्राणमय कोश से मैं न्यारा हूँ यह जानना। प्रश्न, क्योंकि मैं चेतन आ, प्राण जड़ ने। ਜਦੋਂ ਸੁੱਤੇ ਹੋਈਦਾ ਉਦੋਂ ਪ੍ਰਾਣ ਤਾਂ ਚੱਲਦੇ ਹੁੰਦੇ ਆ, ਪਰ ਇਹ ਨਹੀਂ ਪਤਾ ਲੱਗਦਾ ਵੀ ਕੋਲੋਂ ਕੋਈ ਗਹਿਣਾ ਚੁੱਕ ਕੇ ਲੈ ਗਿਆ ਚੋਰ। ਠੀਕ ਹੈ। ਜਾਂ ਕੋਈ ਆਇਆ ਉਹਨੂੰ ਫਤਿਹ ਉੱਠ ਕੇ ਬੁਲਾਣੀ ਹੈ, ਬਾਪੂ ਜੀ ਨੇ, ਦਾਦਾ ਜੀ ਨੇ, ਵੱਡੇ ਨੇ, ਉਹ ਆਵਾਜ਼ ਮਾਰਨਗੇ ਤਾਂ ਹੀ ਚੇਤਨਾ ਆਏਗੀ। ਜੇ ਪ੍ਰਾਣ ਜਾਗਦੇ ਨੇ ਤਾਂ ਪ੍ਰਾਣ ਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਚੋਰ ਆਇਆ ਜਾਂ ਸੱਤਾ ਆਇਆ, ਇਸ ਲਈ ਜੜ ਨੇ ਉਹ। प्रश्न, मनोमयी कोश सो क्या है? उत्तर, 5 ज्ञान इंद्रिय सहित मन सो मनोमय कोश है। 5 ज्ञान इंद्रियां ਜਿਹੜੀਆਂ ਨੇ ਉਹਨਾਂ ਸਮੇਤ ਮਨ, 5 ज्ञान इंद्रिय सहित मन सो मनोमय कोश। प्रश्न, मन कैसा है? उत्तर, देह विखे अहंता और ग्रह आदिक विखे ममता रूप अभिमान को करता हूँ, इंद्रिय द्वारा बाहर गमन करता हुआ कारण रूप है। देह विखे अहंता, देह ਨੂੰ ਮੈਂ, अच्छा ठीक है, ਮੈਂ ਖੜਾ ਹਾਂ, ਇਹ ਮੈਂ ਆ, ਐਵੇਂ ਬੈਠਾ, ਇਦਾਂ ਮੈਂ ਕਹਿੰਦਾ ਆਪਣੇ ਆਪ ਨੂੰ। ठीक है। ਗ੍ਰਹਿ ਆਦਿਕ ਵਿਖੇ ਮਮਤਾ, ਇਹ ਘਰ ਮੇਰਾ ਹੈ, अच्छा। कमरा मेरा, ममता अभिमान को करता हुआ, इंद्रिय द्वारा बाहर गमन करता हुआ, इंद्रियों द्वारा अखा राही बाहर गमन कर रहा है, कन्ना राही आवाज़ आ रही है, नक राही दुर्गंधी सुगंधी, तो वह बाहरली पदार्थों का भोगता बनया होया है ना, ठीक है, बाहर करता गमन करता, कारण रूप है। सारे कामां कारणों का संसार के विहारां का कारण ही करता। मनोमयी कोश से मैं न्यारा हूँ यह किस रीत से जानूंगा? उत्तर, काम क्रोध आदि वृत्ति युक्त होने से मन नियम रहत स्वभाव वाला। कभी काम आंदा घंटा 2 घंटे, क्रोध आंदा 10-20 मिनट, वो सदा नहीं ना रहंदे,
ਇਸ ਬਿਰਤੀਆਂ ਦੇ ਯੁਕਤ ਹੋਣ ਸੇ ਮਨ ਨਿਯਮ ਰਹਿ ਸੁਭਾਅ ਵਾਲਾ, ਇਹਦਾ ਨਿਯਮ ਨਹੀਂ ਹੈਗਾ, ਪਰ ਇੱਕ ਨਿਯਮ ਨਹੀਂ ਮੰਨਦਾ, ਨਿਯਮ ਇਹਦਾ ਕੋਈ ਹੈ ਨਹੀਂ, ਤਾਂ ਤੇ ਵਿਕਾਰੀ ਹੈ। ਵਿਕਾਰੀ ਉਹਨੂੰ ਕਹਿੰਦੇ ਆ ਜਿਵੇਂ ਦੁੱਧ ਦਾ ਦਹੀਂ ਜੰਮ ਜਾਂਦਾ, ਚੇਂਜ ਹੋ ਜਾਂਦਾ। ਉਹ ਮੈਂ ਸਰਬ ਬਿਰਤਨ ਕਾ ਸਾਖੀ, ਮੈਂ ਸਾਰੀ ਬਿਰਤੀਆਂ ਦਾ ਸਾਖੀ, ਸਾਖੀ ਹੁੰਦਾ ਵਿਟਨੈਸ, ਨਿਰਵਿਕਾਰ ਹੂੰ ਮੈਂ। ਤਾਂ ਮੈਨੂੰ ਤਾਂ ਪਤਾ ਵੀ ਉਸ ਦਿਨ ਮੈਨੂੰ ਕਾਮ ਆਇਆ ਸੀ, ਉਸ ਦਿਨ ਮੈਨੂੰ ਲੋਭ ਆਇਆ ਸੀ, ਉਸ ਦਿਨ ਮੈਨੂੰ ਕ੍ਰੋਧ ਆ ਗਿਆ ਸੀ, ਪਰ ਕ੍ਰੋਧ ਤਾਂ ਇਸ ਟਾਈਮ ਨਹੀਂ ਹੈਗਾ, ਮੈਂ ਤਾਂ ਜਾਣਦਾ ਉਹਨੂੰ। ਉਹ ਬਚਪਨ ਦੇ ਵਿੱਚ ਮੈਂ ਮਤਲਬ ਗੁੱਸਾ ਕੀਤਾ ਸੀ, ਉਹ ਵੀ ਮੈਨੂੰ ਪਤਾ ਹੈ, ਪਰ ਹੁਣ ਤਾਂ ਨਹੀਂ ਹੈ, ਉਦੋਂ ਮੈਨੂੰ ਕਾਮ ਵਾਸਨਾ ਹੋਈ ਸੀ, ਅੱਜ ਤਾਂ ਨਹੀਂ ਹੈਗੀ। ਇਸ ਕਰਕੇ ਮੈਂ ਸਾਰੀਆਂ ਬਿਰਤੀਆਂ ਨੂੰ ਜਾਣਦਾ, ਬਦਲੀਆਂ ਹੋਈਆਂ ਨੇ। ਜਾਂ ਤੇ ਯਹ ਮਨਮਈ ਕੋਸ਼ ਹੈ, ਮਨਮਈ ਕੋਸ਼ मैं नहीं ओ मेरा नहीं, यह सूक्ष्म देह रूप है, मैं इसका जानने हारा आत्मा इतने इन ते न्यारा हूँ, इसी रीत से मनोमयी कोश में मैं न्यारा हूँ, यह जान। हाँ मतलब मैं सारिया बिरतियां नूं जान वाला, मैं सदा इक्को जिहा हाँ, ये बदलण वालियां चीज़ां ने, इस करके मैं ये सूक्ष्म देह रूप है, मैं इहदा जानने वाला आत्मा ते न्यारा हूँ, इस रीते मनोमय कोश ते मैं न्यारा हूँ, यह जान। पक्का करना। ठीक है। प्रश्न, विज्ञानमयी कोश सो क्या है? 5 ज्ञान इंद्रिय सहित बुद्ध सो विज्ञानमय कोश है। प्रश्न, बुद्धि कैसी है? उत्तर, सुख पत विखय चित्ताभास युक्त बुद्ध वलीन हो गए है, यों जागृत विखे नख के अग्र भाग से लेकर शिखा पर्यंत शरीर विखे व्याप के बरतती हुई करता रूप है। ਸਮਝ ਆਈ? ਸੁਖੋਪਤੀ ਗੂੜੀ ਨੀਂਦ ਨੂੰ ਕਹਿੰਦੇ ਆ। ਗੂੜੀ ਨੀਂਦ ਦੇ ਵਿੱਚ ਚਿਦਾ ਭਾਸ ਯੁਕਤ, ਚਿਦਾ ਚੇਤਨ ਦਾ ਜਿਹੜਾ ਪ੍ਰਤੀਬਿੰਬ ਰਿਫਲੈਕਸ਼ਨ ਪੈ ਰਿਹਾ, ਉਹਨੂੰ ਚਿਦਾ ਭਾਸ ਕਹਿੰਦੇ ਨੇ। ਚੇਤਨ ਸੱਤਾ, ਚੇਤਨ ਸੱਤਾ, ਕਿਉਂਕਿ ਬੁੱਧੀ ਦੀ ਚੇਤਨ ਸੱਤਾ ਪੈਂਦੀ ਤਾਂ ਹੀ ਚੇਤਨ ਹੁੰਦੀ ਨਾ। ਠੀਕ ਹੈ। ਜੇ ਬੁੱਧੀ ਜੜ ਹੋਵੇ, ਮਤਲਬ ਚੇਤਨ ਸੱਤਾ ਦਾ ਚਿਦਾ ਭਾਸ ਨਾ ਹੋਵੇ ਤਾਂ ਜੜ ਬੁੱਧੀ ਕੁਛ ਕਰ ਨਹੀਂ ਸਕਦੀ। ਇਸ ਕਰਕੇ ਕਹਿੰਦੇ ਵੀ ਗੂੜੀ ਨੀਂਦ ਦੇ ਵਿੱਚ ਚਿਦਾ ਭਾਸ ਦੇ ਸਮੇਤ ਬੁੱਧੀ ਵਿਲੀਨ ਹੋ ਜਾਂਦੀ ਹੈ। ਅੱਛਾ। ਗੂੜੀ ਨੀਂਦ ਦੇ ਵਿੱਚ ਠੀਕ ਹੈ, ਬੁੱਧੀ ਜਿਹੜੀ ਆ ਵਿਲੀਨ ਹੋ ਜਾਂਦੀ ਹੈ, ਹੁੰਦਾ ਸਾਰਾ ਕੁਝ ਉੱਥੇ ਹੀ ਹੈ, ਪਰ ਉਹ ਸਾਰਾ ਕੁਝ ਵਿਲੀਨ ਹੋ ਜਾਂਦਾ। ਉਹ ਜਾਗਰਤ ਵਿਸ਼ੇ ਜਦ ਜਾਗਦੇ ਆ, ਪੈਰ ਦੇ ਨੋਹ ਤੋਂ ਲੈ ਕੇ ਸਿਖਾ ਪਰਯੰਤ, ਸਿਰ ਦੀ ਚੋਟੀ ਤੱਕ ਸਰੀਰ 'ਚ ਵਿਆਪਕ ਹੋ ਜਾਂਦੀ ਬੁੱਧੀ। ਵਰਤਤੀ ਹੋਈ ਕਰਤਾ ਰੂਪ ਹੈ, ਸਾਰੇ ਕੰਮ ਨੂੰ ਕਰਨ ਵਾਲੀ ਬਣਦੀ ਹੈ। ਮੈਂ ਕੀਤਾ, ਮੈਂ ਖਾਧਾ, ਮੈਂ ਪੀਤਾ, ਮੈਂ ਭੁੱਖਾ ਆ, ਮੈਂ ਰੱਜਿਆ ਆ, ਮੈਂ ਥੱਕਿਆ, ਮੈਂ ਸਟਰੋਂਗ ਆ, ਮੈਂ ਕਮਜ਼ੋਰ ਹਾਂ, ਸਾਰੀਆਂ ਗੱਲਾਂ ਉਹ ਬੁੱਧੀ ਨੂੰ ਜਾਗਦੀ ਹੋਈ ਚੇਤਨ ਅਵਸਥਾ 'ਚ ਆ ਜਾਂਦੀ ਜਦੋਂ। प्रश्न, विज्ञानमय कोश ते मैं न्यारा हूँ, यह कैसे जानना? अच्छा। उत्तर, बुद्ध घट आदिक की न्यायी विल्य आदिक अवस्था वाली होने ते विनाशी है, ओ मैं विलक्षण जी विलय आदिक अवस्था रहत होने ते इसते विलक्षण अविनाशी हूँ, या ते यह विज्ञानमय कोश मैं नहीं हूँ, ओ मेरा नहीं है। नहीं पता लगेगा। बुद्धि जड़ी है ਉਹ ਘੜੇ ਦੀ ਤਰ੍ਹਾਂ, ਜਿਵੇਂ ਘੜਾ ਬਣਿਆ 5 ਸਾਲ 10 ਸਾਲ ਪਾਣੀ ਭਰਿਆ, ਫਿਰ ਟੁੱਟ ਗਿਆ, ਮਿੱਟੀ 'ਚ ਵਿਲੇ ਹੋ ਗਿਆ ਨਾ, ਇੱਦਾਂ ਬੁੱਧੀ ਵਿਲੇ ਹੋ ਜਾਂਦੀ ਗੂੜੀ ਨੀਂਦ ਵਿੱਚ। ਅੱਛਾ ਜੀ। ਜਦੋਂ ਗੂੜੀ ਨੀਂਦ ਚਲੇ ਜਾਂਦੇ ਆਪਾਂ, ਉਦੋਂ ਬੁੱਧੀ ਵਿਲੇ ਨਹੀਂ ਹੁੰਦੀ, ਹੋ ਜਾਂਦੀ ਹੈ। ਕਹਿੰਦੇ ਇਸ ਕਰਕੇ ਬੁੱਧੀ ਘਟ ਆਦਿਕ ਕੀ ਨਿਆਈ, ਘੜੇ ਦੀ ਤਰ੍ਹਾਂ ਵਿਲੇ ਆਦਿਕ ਅਵਸਥਾ ਹੋਣੇ ਵਾਲੀ ਵਿਨਾਸ਼ੀ ਹੈ, ਵਿਨਸਣ ਵਾਲੀ ਹੈ। ਜਿਹੜੀ ਚੀਜ਼ ਸਦਾ ਘੜਾ ਤਾਂ ਘੜਾ, ਮਿੱਟੀ ਸਦਾ, ਪਰ ਘੜਾ ਤਾਂ ਸਦਾ ਨਹੀਂ ਗਾ ਨਾ। ਠੀਕ ਹੈ, ਬਿਲਕੁਲ ਠੀਕ ਹੈ। ਇਹਦੀ ਬੁੱਧੀ ਸਦਾ ਥੋੜ੍ਹਾ ਰਹਿੰਦੀ ਹੈ, ਬਦਲਦੀ ਹੈ। ਜਾਗਰਤ ਸੁਪਨ ਅਵਸਥਾ 'ਚ 3 ਰੂਪਾਂ ਵੱਖਰੇ ਬਦਲਦੀ ਹੈ। ਠੀਕ ਹੈ ਜੀ। ਇਸ ਕਰਕੇ ਵਿਸਤੇ ਵਿਲੱਖਣ ਵਿਨਾਸ਼ੀ ਮੈਂ ਜਿਹੜਾ ਹਾਂ, ਮੈਂ ਵਿਲੇ ਆਦਿਕ ਅਵਸਥਾ ਦਾ ਰਹਿਤ ਹਾਂ, ਮੈਂ ਵਿਲੇ ਨਹੀਂ ਹੁੰਦਾ। ਠੀਕ ਹੈ। ਇਸ ਤੇ ਵਿਲੱਖਣ ਵਿਨਾਸ਼ੀ ਹੂੰ, ਜਾਂ ਤੇ ਜੇ ਵਿਗਿਆਨਮਈ ਕੋਸ਼ ਮੈਂ ਨਹੀਂ। ਠੀਕ ਹੈ। ਉਹ ਮੇਰਾ नहीं, जय सूक्ष्म दे रूप है, मैं इसका जानने हारा आत्मा इससे न्यारा हूँ, इस रीति से विज्ञानमयी कोश से मैं न्यारा हूँ, यह जानना। आनंदमयी कोश सो क्या है? उत्तर, पुण्य करण फल के अनुभव काल विखे कदाचित बुद्धि की वृत्ति अंतर्मुख हुई,
आत्म स्वरूप भूत आनंद के प्रतिबिंब को भजती है, और जो प्रिय मोद परमानंद रूप कहिया है, सोई वृत्ति पुण्य कर्म फल के भोग की निर्वृत्त के हुए निंद्रा रूप में वलीन होवे है, सो वृत्ति आनंदमय कोश है। आई समझ में? हाँ, पहला सवाल है आनंदमय कोश तो क्या है कि किस ਨੂੰ ਆਨੰਦਮਈ ਕਹਿੰਦੇ ਆ? ਕਹਿੰਦੇ ਪੁੰਨ ਕਰਮ ਫਲ ਕੇ ਅਨੁਭਵ ਕਾਲ ਵਿਖੇ ਜਦੋਂ ਪੁੰਨ ਕਰਮ ਦਾ ਫਲ ਭੋਗਣ ਦਾ ਟਾਈਮ ਆਉਂਦਾ ਉਦੋਂ ਤੁਹਾਨੂੰ ਵਧੀਆ ਚੀਜ਼ ਕੋਈ ਮਿਲ ਗਈ, ਇਸਤਰੀ ਮਿਲ ਗਈ, ਕੱਪੜਾ ਮਿਲ ਗਿਆ, ਗੱਡੀ ਮਿਲ ਗਈ, ਖਾਣਾ ਵਧੀਆ ਮਿਲ ਗਿਆ, ਬੁੱਧੀ ਦੀ ਬਿਰਤੀ ਜਿਹੜੀ ਅੰਤਰਮੁਖ ਹੋਈ ਹੋਵੇ, ਹਾਂਜੀ ਅੰਤਰਮੁਖੀ ਹੋਵੇ। ਜੇ ਅੰਤਰਮੁਖੀ ਬਿਰਤੀ ਨਾ ਹੋਵੇ, ਕੋਈ ਟੈਨਸ਼ਨ ਪਰੇਸ਼ਾਨੀ ਹੋਵੇ, ਚਿੰਤਾ ਹੋਵੇ ਤੇ ਖੀਰ ਸਾਹਮਣੇ ਪਈ ਵੀ ਚੰਗੀ ਨਹੀਂ ਲੱਗਦੀ। ਹਾਂ, ਜਦੋਂ ਪੁੰਨ ਕਰਮ ਹੋਵੇਗਾ ਫਲ, ਹਾਂਜੀ ਪੁੰਨ ਜਾਗਣਗੇ, ਬਿਰਤੀ ਇਕਾਗਰ ਹੋਵੇਗੀ, ਉਸ ਵੇਲੇ ਬੰਦਾ ਆਨੰਦ ਦੇ ਨਾਲ ਕਹਿੰਦਾ ਹੁਣ ਬਸ ਥੋੜ੍ਹਾ ਜਿਹਾ ਸੁੱਖ ਲੈਂਦੇ ਆ। ਕਹਿੰਦੇ ਉਸ ਵੇਲੇ ਬੁੱਧੀ ਕਦਾਚਿਤ ਅੰਤਰਮੁਖ ਹੋਈ ਆਤਮ ਸਰੂਪ ਭੂਤ, ਜਿਹੜਾ ਆਤਮਾ ਅੰਦਰ ਉਹ ਆਨੰਦ ਰੂਪ ਹੀ ਹੈ ਨਾ, ਆਤਮਾ ਆਨੰਦ ਹੈ, ਉਹਦਾ ਜਿਹੜਾ ਪ੍ਰਤੀਬਿੰਬ ਹੈ, ਰਿਫਲੈਕਸ਼ਨ ਹੈ ਆਤਮ ਆਨੰਦ ਦਾ, ਉਹ ਬੁੱਧੀ 'ਚ ਪੈਂਦਾ। ਸਮਝ ਗਿਆ ਨਾ? ਸਮਝ ਗਿਆ ਜੀ। ਉਹ ਉਸ ਨੂੰ ਭਜਦੀ ਹੈ, ਉਹਦਾ ਆਨੰਦ ਨੂੰ ਨਹੀਂ ਭਜਦੀ, ਆਨੰਦ ਦੇ ਰਿਫਲੈਕਸ਼ਨ ਨੂੰ ਭਜਦੀ ਹੈ। ਉਹ ਸੁੱਖ ਹੈ, ਉਹ ਸੁੱਖ ਜਿਹੜਾ ਇਕਾਗਰ ਚਿੱਤ ਹੁੰਦਾ ਜਦੋਂ ਬੰਦਾ, ਤੇ ਉਹਨੂੰ ਭਜਦੀ ਆ। ਉਹ ਜੋ ਪ੍ਰਿਆ ਮੋਦ ਪ੍ਰਮੋਦ ਰੂਪ ਗਈ ਹੈ, ਹਾਂ ਆਨੰਦ ਆਇਆ, ਬੜਾ ਪਹਿਲਾਂ ਬੜਾ ਸਵਾਦ ਸੀ ਇਹ ਖਾਣਾ। ਹਾਂਜੀ, ਹੁਣ ਜੇ ਸ਼ਰਾਬ 'ਚ ਨਸ਼ਾ ਹੋਵੇ ਤੇ ਬੋਤਲ ਕਿਉਂ ਨਹੀਂ ਇੱਦਾਂ ਦਾ ਡਿੱਗਦੀ ਕੱਚ ਦੀ, 100 ਸਾਲ ਭਰੀ ਰਹਿੰਦੀ। ਜੇ ਸ਼ਰਾਬ ਦੇ ਵਿੱਚ ਨਸ਼ਾ ਹੈ ਤੇ ਉਹ ਬੋਤਲ ਵੀ ਇੱਦਾਂ ਦਾ ਡੋਲਣੀ ਚਾਹੀਦੀ ਹੈ। ਪਰ ਜਦੋਂ ਆਤਮਾ ਵਾਲਾ ਜੀਵਨ ਨੂੰ ਪੀਂਦਾ ਤੇ ਉਹਦੇ 'ਤੇ ਉਹਦਾ ਅਸਰ ਕਰਦਾ। ਸਮਝੇ? ਇਸ ਕਰਕੇ ਆਨੰਦ ਆਤਮਾ 'ਚ ਹੈ, ਪਦਾਰਥ 'ਚ ਨਹੀਂ ਹੈਗਾ। ਉਹਦਾ ਜਿਹੜਾ ਆਤਮਾ ਦਾ ਆਨੰਦ ਹੈ, ਉਹਦਾ ਰਿਫਲੈਕਸ਼ਨ ਬੁੱਧੀ 'ਚ ਪੈਂਦਾ। ਅੱਛਾ, ਤਾਂ ਉਸ ਚੀਜ਼ ਤੋਂ ਸੁੱਖ ਪ੍ਰਾਪਤ। ਜੀਵ ਜਿਹੜਾ ਬਣਿਆ ਹੋਇਆ ਨਾ, ਜੀਵ ਨੂੰ ਵੀ ਤਾਂ ਆਨੰਦ ਆ ਰਿਹਾ। ਅੱਛਾ ਜੀ, ਸੱਤ ਹੈ ਜੀ। ਹਾਂਜੀ, ਉਹ ਜੀਵ ਨੂੰ ਵਿਸ਼ੇ ਦਾ ਆਨੰਦ ਆ ਰਿਹਾ, ਉਹ ਅਸਲ ਵਿੱਚ ਵਿਸ਼ੇ 'ਚੋਂ ਨਹੀਂ ਆ ਰਿਹਾ। ਉਹ ਜਿਹੜਾ ਆਨੰਦ ਦਾ ਰਿਫਲੈਕਸ਼ਨ, ਜਿਹੜਾ ਆਨੰਦਮਈ ਕੋਸ਼ ਦੇ ਵਿੱਚ ਪੈ ਰਿਹਾ ਹੈ, ਬੁੱਧੀ 'ਚ ਪੈ ਰਿਹਾ, ਜੋ ਪ੍ਰਿਆ ਮੋਦ, ਪਿਆਰੀ ਮੋਦ ਪ੍ਰਮੋਦ ਰੂਪ ਕਹੀਏ ਹੈ, ਖੁਸ਼ੀ ਦੇਣ ਵਾਲੀ, ਬਹੁਤ ਖੁਸ਼ੀ ਦੇਣ ਵਾਲੀ ਕਹੀਏ ਹੈ। ਸੋਈ ਬਿਰਤੀ ਪੁੰਨ ਕਰਮ ਫਲ ਕੇ ਭੋਗ ਕੀ ਨਿਰਵਿਰਤੀ ਹੋਵੇ। ਉਹੀ ਬਿਰਤੀ ਜਿਹੜੀ ਪੁੰਨ ਕਰਮ ਦਾ ਜਦੋਂ ਫਲ ਕੇ ਭੋਗ ਲੈਂਦਾ, ਉਹ ਨਿਰਵਿਰਤੀ ਦੀ ਸਮਾਪਤ ਹੋ ਜਾਂਦੀ ਹੈ, ਉਹ ਨਿੰਦਰਾ ਰੂਪ 'ਚ ਵਿਲੀਨ ਹੋ ਜਾਂਦੀ ਹੈ। ਗੂੜੀ ਨੀਂਦ ਚਲੀ ਜਾਂਦੀ, ਕਹਿੰਦੇ ਬੜੀ ਨੀਂਦ ਵਧੀਆ ਆਈ, ਬੜਾ ਆਨੰਦ ਲਿਆ, ਸੁੱਤਾ। ਸੋ ਬਿਰਤੀ ਆਨੰਦਮਈ ਕੋਸ਼ ਹੈ। ਠੀਕ ਹੈ ਬਾਬਾ ਜੀ। ਬਾਬਾ ਜੀ, ਹੁਣ ਆਨੰਦਮਈ ਕੋਸ਼ ਨੂੰ ਅਸੀਂ ਇਹ ਵੀ ਕਵਾਂਗੇ ਕਿ ਜਦੋਂ ਅਸੀਂ ਕਿਸੇ ਚੀਜ਼ ਤੋਂ ਇਕਾਗਰ ਹੋ ਕੇ ਸੁੱਖ ਪ੍ਰਾਪਤ ਕੀਤਾ, ਉਹ ਵੀ ਆਨੰਦਮਈ ਹੈ। ਇੱਕ ਜਦੋਂ ਸੁੱਤੇ ਹੋਏ ਗੂੜੀ ਨੀਂਦ ਲਈ, ਉਹ ਵੀ ਇਕਾਗਰਤਾ ਹੀ ਹੈ ਨਾ। ਗੂੜੀ ਗੱਲ ਤਾਂ ਇੱਕੋ ਹੀ ਹੈ, ਦੋ ਨਹੀਂ ਗਈਆਂ। ਅੱਛਾ ਜੀ, ਠੀਕ ਹੈ। ਗੂੜੀ ਨੀਂਦ ਇਕਾਗਰਤਾ ਹੀ ਹੈ ਨਾ, ਬਿਗਨ ਜੁੜ ਗਿਆ ਜਦੋਂ ਸੌ, ਉੱਦਾਂ ਟੈਨਸ਼ਨ 'ਚ ਹੋਏਗੀ ਤਾਂ ਗੂੜੀ ਨੀਂਦ ਆਉਣੀ ਨਹੀਂ। ਠੀਕ ਹੈ ਜੀ, ਠੀਕ ਹੈ ਜੀ। ਇਸ ਕਰਕੇ ਪ੍ਰਸ਼ਨ, ਆਨੰਦਮਈ ਕੋਸ਼ ਤੇ ਮੈਂ ਨਿਆਰਾ ਹੂੰ, ਵਲੀਨ ਹੋਵੇ ਸੋ। प्रश्न, आनंदमयी कोश ते मैं न्यारा हूँ, यह किस रीत से जानना? उत्तर, आनंदमयी कोश बादल आदि पदार्थन की न्यायी कदाचित होने वाला है, जाते खिणक है। ओ मैं सर्वदा स्थित होने वाले ते नित्य हूँ, जाते यह आनंद है। आनंदमयी कोश मैं नहीं, ओ मेरा नहीं, यह कारण रूप देह है, मैं इसका जानने हार आत्मा, इसते न्यारा हूँ। आनंदमय कोश ते मैं न्यारा हूँ, यह किस रीति से जानना? गल तो न्यारा होना ना, खेड़ा तो छुटना न्यारे हो गए, सारा 4 पिछले कोशा तो भी न्यारे हो गए। आनंदमय कोश तो किवें न्यारे कहते? आनंदमय कोश जिहड़ा बादल आदिक पदार्थ की नहीं कदाचित होने वाला है। अच्छा, बदल सारा साल तो नहीं वसदा। अच्छा अच्छा, भी कदी कदी आनंद आंदा, इकाग्र कदी कदी हुंदा। हां, कदी आना। मैं ਉਹਨਾਂ ਹਾਂਜੀ, ਮੈਂ ਆਨੰਦ ਨੂੰ ਜਾਣਦਾ ਜੀ, ਤਾਂ ਹਾਂ ਵੀ ਮੈਂ ਉਹਨੂੰ ਜਾਣਦਾ ਜਿਹੜਾ ਕਦੀ ਕਦੀ ਹੁੰਦਾ। ਜਾਂ ਤੇ ਖਿਣਕ ਹੈ, ਖਿਣਕ ਮੈਨੇ ਖਿਣ ਮਾਤਰ ਹੈ।
ਉਹ ਮੈਂ ਸਰਬਦਾ ਸਥਿਤ ਹੋਣੇ ਤੇ ਮੈਂ ਸਦਾ ਹੀ ਹਾਂ, ਨਿਤ ਹੂੰ। ਜਾਂ ਤੇ ਇਹ ਆਨੰਦਮਈ ਕੋਸ਼ ਮੈਂ ਨਹੀਂ और मेरा नहीं, यह कारण दे रूप है। कारण ਦੇ ਦੱਸੀ ਸੀ ਨਾ ਉਹਨੇ, ਤਿੰਨ ਦੇਹਾਂ ਨੇ ਜੀਵ ਦੀਆਂ, ਹਾਂਜੀ, ਤੇ ਪੰਜ ਕੋਸ਼ ਉਹਦੇ ਅੰਦਰ ਹੀ ਹੈ। कहते मैं कारण दे रूप हूँ, मैं इसका जानने हारा आत्मा, इस पे न्यारा हूँ। इस रीत से आनंदमयी कोश ते मैं न्यारा हूँ यह जानना। प्रश्न, विद्यमान अन्यमही आदिक कोश जब आत्मा नहीं तब आत्मा कौन है? कहते जे विद्यमान ਜਿਹੜੇ ਦਿਸਦੇ ਨੇ ਜਿਹੜੇ ਪੰਜ ਕੋਸ਼, ਜੇ ਆਤਮਾ ਨਹੀਂ ਹੈਗੇ ਤਾਂ ਆਤਮਾ ਕੌਣ ਹੈ ਫਿਰ? ਜਿਵੇਂ ਪਹਿਲੇ ਹਲਕਾ ਜਿਹਾ ਬਰੀਫ ਦਿੱਤਾ ਸੀ। ਉੱਤਰ, बुद्धि आदिक विखे प्रतिबिंब रूप कर स्थित और प्रिय आदिक शब्द में कहिए है, ऐसा जो आनंदमय कोश है ताको बिंब रूप कारण जो आनंद है सो नित होने तय आत्मा है। समझाई? जो पिछे तुसी दस्सिया एक बिंब ਹੁੰਦਾ, ਇੱਕ ਪ੍ਰਤੀਬਿੰਬ ਹੁੰਦਾ। ਹਾਂਜੀ, ਉਹ ਕੀ ਹੁੰਦਾ? ਬਿੰਬ ਜੀ ਉਹ ਸਾਹਮਣੇ ਮਤਲਬ ਸ਼ੀਸ਼ੇ 'ਚ ਪ੍ਰਤੀਬਿੰਬ ਜੋ ਰਿਫਲੈਕਸ਼ਨ ਦਿਖਦੀ ਹੈ। ਬਿੰਬ ਮਤਲਬ ਮੈਂ ਆਪ ਜਿਵੇਂ ਸੂਰਜ ਹੈ ਉਹ ਬਿੰਬ ਹੈ, ਤੇ 100,000 10,000 ਘੜਿਆਂ 'ਚ ਪਾਣੀ ਪਿਆ, ਉਹਦੇ ਅੰਦਰ ਉਹਦੇ ਵਿੱਚ ਸੂਰਜ ਦਿਖ ਰਿਹਾ, ਉਹ ਪ੍ਰਤੀਬਿੰਬ ਹੈ। ਠੀਕ ਹੈ। ਉਹ ਕਹਿੰਦੇ ਵੀ ਬਿੰਬ ਤੋਂ ਬਿਨਾਂ ਪ੍ਰਤੀਬਿੰਬ ਹੋ ਨਹੀਂ ਸਕਦਾ। ਬਿਲਕੁਲ ਬਿਲਕੁਲ। ਬਿੰਬ ਹੋਏਗਾ ਤਾਂ ਹੀ ਪ੍ਰਤੀਬਿੰਬ ਹੋਏਗਾ ਨਾ। ਸ਼ੀਸ਼ੇ 'ਚ ਆਪਾਂ ਦੇਖ ਰਹੇ ਹਾਂ, ਜੇ ਆਪਾਂ ਹੈ ਆ ਤਾਂ ਹੀ ਦਿਖ ਰਹੇ ਹਾਂ ਚਿਹਰਾ ਆਪਣਾ, ਤੇ ਜੇ ਆਪਾਂ ਇੱਥੇ ਨਹੀਂ ਸ਼ੀਸ਼ੇ ਦੇ ਸਾਹਮਣੇ ਤੇ ਸ਼ੀਸ਼ੇ 'ਚ ਦਿਖਣਾ ਹੀ ਕੁਛ ਨਹੀਂ। ਉਹ ਕਹਿੰਦਾ ਵੀ ਜਿਹੜਾ ਬੁੱਧੀ ਆਦਿਕ ਵਿਖੇ ਪ੍ਰਤੀਬਿੰਬ ਰੂਪ ਕਰ ਸਥਿਤ, ਜਿਹੜਾ ਬੁੱਧੀ ਮਨ ਦੇ ਵਿੱਚ ਪ੍ਰਤੀਬਿੰਬ ਰੂਪ ਸਥਿਤ, ਜੋ ਪ੍ਰੇ ਆਦਿਕ ਸ਼ਬਦ ਸੇ ਪਿਆਰਾ ਕਿਹਾ ਜਾਂਦਾ, ਕਿਉਂਕਿ ਆਨੰਦ ਪਿਆਰਾ ਹੁੰਦਾ ਨਾ। ਹਾਂਜੀ ਹਾਂਜੀ। ਭਾਵੇਂ ਉਹ ਧੀ ਪੁੱਤ ਦਾ ਹੋਵੇ, ਭਾਵੇਂ ਉਹ ਪਤਨੀ ਦਾ ਹੋਵੇ, ਭਾਵੇਂ ਸ਼ਰਾਬ ਦਾ ਹੋਵੇ, ਭਾਵੇਂ ਖਾਣੇ ਦਾ, ਖੀਰ ਦਾ, ਕੜਾਹ ਦਾ, ਕੁਛ ਵੀ ਹੋਵੇ, ਉਹ ਆਨੰਦ ਪਿਆਰਾ ਹੁੰਦਾ, ਤਾਂ ਹੀ ਆਪਾਂ ਉਹਨੂੰ ਭੋਗਦੇ ਹਾਂ। ਕਹਿੰਦੇ ਬੁੱਧੀ ਦੇ ਵਿੱਚ ਜੋ ਟਿਕਿਆ ਹੋਇਆ, ਬੁੱਧੀ ਆਦਿਕ ਵਿਖੇ ਪ੍ਰਤੀਬਿੰਬ ਰੂਪ ਹੋ ਕਰ ਸਥਿਤ, ਜੋ ਪ੍ਰਿय आदिक शब्द से कहिए है, प्यारा किया जाता है, ऐसा जो आनंदमय कोश है, ठीक है ना, पहले दसता आनंदमय कोश, तो इसका बिंब रूप कारण जो आनंद है, अच्छा, सो नित आत्मा सत्य, क्योंकि वो रिफ्लैक्शन जिहदा पै रहा है, आनंद असल तो वो है ना, सच दा आनंद, जो रिफ्लैक्शन पै रही है मतलब कोई चीज है, हाँ वो आत्मा है, वो आत्मा है। जो बिंब रूप कारण जो आनंद है सो नित होने से आत्मा है, नित है ना वो सत्य। प्रश्न, पांच कोश जो मैं सोई अनुभव जो है सोई अनुभव विखे आवता है, तिन तै न्यारा कोई आत्मा अनुभव विखे आवता नहीं, जाते पांच कोश ते न्यारा आत्मा है, जिह निश्चय कैसे होगा? हाँ, शंकावादी ने शंका कीता, वो कहता पांच कोश के अनुभव जा रहे ने, फीलिंग जा रहे ने साडी च, ਉਹਨਾਂ ਪੰਜਾਂ ਕੋਸ਼ਾਂ ਤੋਂ ਨਿਆਰਾ ਕੋਈ ਆਤਮਾ ਅਨੁਭਵ ਵਿਖੇ ਆਉਂਦਾ ਨਹੀਂ। ਹਾਂਜੀ, ਠੀਕ ਹੈ। ਜਿਹੜਾ ਅਨੁਭਵ 'ਚ ਨਹੀਂ ਆਉਂਦਾ, ਜਾਂ ਤੇ ਪੰਜ ਕੋਸ਼ ਤੇ ਨਿਆਰਾ ਆਤਮਾ ਹੈ, ਇਹ ਨਿਸ਼ਚੈ ਕੈਸੇ ਹੋਵੇ? ਹਾਂਜੀ। ਉੱਤਰ, ਜਦਪ पांच कोश ही अनुभव विखे आवता है, इन ते न्यारा कोई आत्मा अनुभव विखे आवता नहीं, जे वार्ता सत्य है। तथाप जिस अनुभव जेह पांच कोश जान्या है, इस अनुभव के कौन निवारण करेगा? कोई भी निवारण कर सके नहीं, जाते कोशन का अनुभव रूप चैतन्य है, सो पांच कोशन ते न्यारा आत्मा है। ਕਹਿੰਦਾ ਉਹਨੇ ਸਵਾਲ ਇਹ ਕੀਤਾ ਸੀ ਵੀ ਪੰਜ ਕੋਸ਼ ਦਾ ਤੇ ਸਾਨੂੰ ਫੀਲਿੰਗ ਆਉਂਦੀ ਹੈ, ਪਰ ਪੰਜਾਂ ਕੋਸ਼ਾਂ ਤੋਂ ਨਿਆਰੀ ਆਤਮਾ ਕਿਸੇ ਅਨੁਭਵ 'ਚ ਨਹੀਂ ਆਉਂਦੀ। ਤਾਂ ਕਹਿੰਦਾ ਭਾਵੇਂ ਜਦ ਕਹਿੰਦੇ ਭਾਵੇਂ पांच कोश ही अनुभव विखे आते हैं, ये गल ठीक है, जे तेरा शंका ਜਿਹੜਾ ठीक है भी पांच कोश साडी फीलिंग आउंदे, इन ते न्यारा कोई आत्मा अनुभव विखे आवता नहीं, ये वार्ता सत्य है। तथापि फिर भी जिस अनुभव ये पांच कोश जान्या है, जिस अनुभव ने पंजा कोशा नूं जानिया है, इस अनुभव को कौन निवारण करेगा? ਜਿਹੜਾ ਪੰਜਾਂ ਕੋਸ਼ਾਂ ਨੂੰ ਜਾਣਦਾ,
ਉਹਨੂੰ ਉਸ ਅਨੁਭਵ ਨੂੰ ਕੌਣ ਉਹਦਾ ਖੰਡਨ ਕਿਵੇਂ ਕਰੇਗਾ? ਉਹਨੂੰ ਦੱਸੋ ਕਿਉਂ ਕੱਟੋਗੇ ਉਹਨੂੰ? अच्छा तन्य अनुभव रूप चैतन्य है, जानते क्वेश्चन का अनुभव रूप चैतन्य है। ਕੋਈ ਵੀ ਨਿਵਾਰਨ ਕਰ ਸਕੇ ਨਹੀਂ, ਕੋਈ ਉਹਨੂੰ ਕੱਟ ਨਹੀਂ ਸਕਦਾ। ਹਾਂਜੀ, जानते क्वेश्चन का अनुभव रूप चेतन है। ठीक है, ठीक सो पांच कोशते न्यारा आत्मा है। प्रश्न, आत्मा कौन है? उत्तर, सत चित आनंद आदि स्वरूप है। विक्षेक विषेक इति और प्रसंग में जय। वाहिगुरु जी का खालसा वाहिगुरु जी की फतेह। कितने छंद हो गए जी? 84 84 छंद हो गए। कल इससे आगे चलेंगे। वाहिगुरु जी का खालसा।